It was probably April of 1974. Bangalore was getting warm and bluebirds were blooming at the IISC campus. ਹੁਣ ਉਹ ਗੱਲ ਕਦੋਂ ਦੀ ਹੈ? 1974 ਅਪ੍ਰੈਲ ਦਾ ਮੰਥ ਸੀਗਾ। ਬੰਗਲੌਰ ਦੇ ਵਿੱਚ ਸੁਧਾ ਮੂਰਤੀ ਜਿਹੜੀ ਸੀ ਉਹ ਜਦੋਂ ਸਟੱਡੀ ਕਰ ਰਹੀ ਸੀ ਤਾਂ ਬਹੁਤ ਜ਼ਿਆਦਾ ਗਰਮੀ ਹੋ ਗਈ ਸੀ ਅਤੇ ਜਿਹੜੇ ਫਲਾਵਰਸ ਸੀਗੇ, ਗੁਲਮੋਹਰਸ ਦੇ ਜਿਹੜੇ ਫਲਾਵਰਸ ਸੀਗੇ ਉਹਨਾਂ ਨੇ ਖਿੜਨਾ ਸ਼ੁਰੂ ਕਰ ਦਿੱਤਾ ਸੀਗਾ ਐਟ ਦਾ ਕੈਂਪਸ ਜਿੱਥੇ ਉਹ ਪੜ੍ਹਦੀ ਸੀਗੀ। IISC ਦਾ ਜਿਹੜਾ ਕੈਂਪਸ ਸੀ ਬੰਗਲੌਰ ਦੇ ਵਿੱਚ, ਉੱਥੇ ਜਿਹੜਾ ਸੀ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਸੀ। I was the only girl in my post-graduation department and was staying at the ladies hostel. ਉਹ ਕਹਿੰਦੀ ਕਿ ਮੈਂ ਪੋਸਟ ਗ੍ਰੈਜੂਏਸ਼ਨ ਮਤਲਬ ਕਿ ਮਾਸਟਰਸ ਜਿਹੜੀ ਆਪਾਂ ਬੈਚਲਰਸ ਤੋਂ ਬਾਅਦ ਕਰਦੇ ਹਾਂ, BA ਤੋਂ ਬਾਅਦ ਜਿਵੇਂ ਮਾਸਟਰਸ ਕਰਦੇ ਹਾਂ, MA ਜਿਵੇਂ ਕਰਦੇ ਹਾਂ ਆਪਾਂ, ਪੋਸਟ ਗ੍ਰੈਜੂਏਟ ਵਿਭਾਗ ਵਿੱਚ ਕਹਿੰਦੀ ਮੈਂ ਇਕੱਲੀ ਕੁੜੀ ਸੀ ਅਤੇ ਮੈਂ ਲੇਡੀਜ਼ ਹੋਸਟਲ ਦੇ ਵਿੱਚ ਰਹਿੰਦੀ ਸੀ। ਅਦਰ ਗਰਲਸ ਵਰ ਪਰਸਿਊਇੰਗ ਰਿਸਰਚ ਇਨ ਡਿਫਰੈਂਟ ਡਿਪਾਰਟਮੈਂਟਸ ਆਫ ਸਾਇੰਸ। ਬਾਕੀ ਜਿਹੜੀਆਂ ਮੇਰੀਆਂ ਕੁੜੀਆਂ ਉੱਥੇ ਹੋਸਟਲ 'ਚ ਰਹਿੰਦੀਆਂ ਸੀ ਮੇਰੇ ਨਾਲ, ਉਹ ਵੀ ਸਾਇੰਸ ਦੇ ਯਾਨੀ ਵਿਗਿਆਨ ਦੇ ਅਲੱਗ-ਅਲੱਗ ਜਿਹੜੇ ਵਿਭਾਗ ਸੀ ਉਹਨਾਂ ਦੀ ਖੋਜ ਕਰ ਰਹੀਆਂ ਸੀ, ਰਿਸਰਚ ਵਰਕ ਕਰ ਰਹੀਆਂ ਸੀ। ਆਈ ਵਾਜ਼ ਲੁਕਿੰਗ ਫਾਰਵਰਡ ਟੂ ਗੋਇੰਗ ਅਬਰੋਡ ਟੂ ਕੰਪਲੀਟ ਅ ਡਾਕਟਰੇਟ ਇਨ ਕੰਪਿਊਟਰ ਸਾਇੰਸ। ਮੈਂ ਕੰਪਿਊਟਰ ਸਾਇੰਸ ਦੇ ਵਿੱਚ ਡਾਕਟਰੇਟ ਪੂਰੀ ਕਰਨ ਲਈ ਵਿਦੇਸ਼ ਜਾਣ ਲਈ ਬਹੁਤ ਜ਼ਿਆਦਾ ਐਕਸਾਈਟਿਡ ਸੀ, ਉਤਸੁਕ ਸੀਗੀ। I had been offered scholarship from universities in US and I had not thought of taking up a job in India. ਮੈਂ ਭਾਰਤ ਦੇ ਵਿੱਚ ਨੌਕਰੀ ਬਾਰੇ ਕਹਿੰਦੀ ਕਦੀ ਸੋਚਿਆ ਹੀ ਨਹੀਂ ਸੀਗਾ ਅਤੇ ਮਤਲਬ ਉਹਨੂੰ ਅਮਰੀਕਾ ਦੀ ਯੂਨੀਵਰਸਿਟੀਜ਼ ਦੇ ਵਿੱਚੋਂ ਵਜ਼ੀਫੇ ਦੀ ਜਿਹੜੀ ਆਫਰ ਸੀਗੀ, ਸਕਾਲਰਸ਼ਿਪ ਦੀ ਜਿਹੜੀ ਆਫਰ ਸੀ ਉਹਨੂੰ ਆ ਰਹੀ ਸੀ। ਇਸ ਕਰਕੇ ਉਹਦਾ ਡਰੀਮ ਜਿਹੜਾ ਸੀ ਉਹ ਬਾਹਰ ਜਾ ਕੇ ਪੜ੍ਹਨਾ ਸੀਗਾ। One day while on the way to my hostel from our lecture hall complex, I saw an advertisement on the notice board. ਹੁਣ ਸੁਧਾ ਮੂਰਤੀ ਕਹਿੰਦੀ ਹੈ ਕਿ ਜਦੋਂ ਮੈਂ ਆਪਣੇ ਲੈਕਚਰ ਹਾਲ ਵਿੱਚ ਹੋਸਟਲ ਵੱਲ ਜਾ ਰਹੀ ਸੀ ਤਾਂ ਮੈਂ ਦੇਖਿਆ ਕਿ ਨੋਟਿਸ ਬੋਰਡ 'ਤੇ ਇੱਕ ਇਸ਼ਤਿਹਾਰ ਲੱਗਿਆ ਹੋਇਆ, ਇੱਕ ਐਡਵਰਟੀਜ਼ਮੈਂਟ ਲੱਗੀ ਹੋਈ ਹੈ। I saw an advertisement on the notice board. It was a standard job requirement notice from the ਫੇਮਸ ਆਟੋਮੋਬਾਈਲ ਕੰਪਨੀ। ਉਹ ਜਿਹੜਾ ਨੋਟਿਸ ਸੀਗਾ ਉਹ ਬਹੁਤ ਮਸ਼ਹੂਰ ਆਟੋਮੋਬਾਈਲ ਕੰਪਨੀ ਸੀ, ਉਹਦਾ ਇਸ਼ਤਿਹਾਰ ਸੀਗਾ ਅਤੇ ਉਹਨਾਂ ਨੂੰ ਜੋਬ ਰਿਕੁਆਇਰਮੈਂਟ ਉਹ ਕੀ ਸੀ, ਜੋਬ ਵਾਸਤੇ ਕੈਂਡੀਡੇਟਸ ਚਾਹੀਦੇ ਸੀਗੇ। ਨਾਓ ਅੱਜ ਕੱਲ੍ਹ ਉਹਨੂੰ ਜਿਹੜਾ ਟਾਟਾ ਮੋਟਰਸ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਟ ਸਟੇਟਡ ਦੈਟ ਦਾ ਕੰਪਨੀ ਰਿਕੁਆਇਰਡ ਯੰਗ ਬ੍ਰਾਈਟ ਇੰਜੀਨੀਅਰ ਹਾਰਡ ਵਰਕਿੰਗ ਐਂਡ ਵਿਦ ਐਨ ਐਕਸੀਲੈਂਟ ਅਕੈਡਮਿਕ ਬੈਕਗਰਾਊਂਡ। ਹੁਣ ਜਿਹੜਾ ਇਸ਼ਤਿਹਾਰ ਸੀ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਕੰਪਨੀ ਨੂੰ ਯੰਗ ਜਿਹੜੇ ਅਤੇ ਕਾਬਲ ਇੰਜੀਨੀਅਰਸ ਜਿਹੜੇ ਆ ਉਹਨਾਂ ਦੀ ਲੋੜ ਹੈ ਜਿਹੜੇ ਕਿ ਬਹੁਤ ਜ਼ਿਆਦਾ ਮਿਹਨਤੀ ਹੋਣ ਅਤੇ ਹਾਈ ਕੁਆਲੀਫਾਈਡ ਹੋਣ, ਉੱਚ ਵਿੱਦਿਆ ਉਹਨਾਂ ਨੇ ਪ੍ਰਾਪਤ ਕੀਤੀ ਹੋਵੇ। ਬਟ ਉਹ ਕਹਿੰਦੀ ਹੈ ਕਿ ਐਟ ਦ ਬੋਟਮ ਵਾਜ਼ ਅ ਸਮਾਲ ਲਾਈਨ। ਉਸ ਇਸ਼ਤਿਹਾਰ ਦੇ ਨੀਚੇ ਐਂਡ ਦੇ ਵਿੱਚ ਇੱਕ ਲਾਈਨ ਲਿਖੀ ਹੋਈ ਸੀ, ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ, ਕਿ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ। ਆਈ ਰੀਡ ਇਟ, ਮੈਂ ਇਹਨੂੰ ਪੜ੍ਹਿਆ ਐਂਡ ਆਈ ਵਾਜ਼ ਵੈਰੀ ਅਪਸੈਟ, ਅਤੇ ਉਹਨੂੰ ਪੜ੍ਹ ਕੇ ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਗਈ। ਫॉर ਐਟ ਦ ਫਸਟ ਟਾਈਮ ਇਨ ਲਾਈਫ ਆਈ ਵਾਜ਼ ਅਪ ਅਗੇਂਸਟ ਜੈਂਡਰ ਡਿਸਕ੍ਰਿਮੀਨੇਸ਼ਨ। ਜ਼ਿੰਦਗੀ ਵਿੱਚ ਪਹਿਲੀ ਵਾਰੀ ਮੈਂ ਜਿਹੜਾ ਜੈਂਡਰ ਦੇ ਆਧਾਰ 'ਤੇ ਯਾਨੀ ਕਿ ਗਰਲ ਅਤੇ ਬੋਏ ਦਾ ਜਿਹੜਾ ਡਿਸਕ੍ਰਿਮੀਨੇਸ਼ਨ ਭੇਦਭਾਵ ਕੀਤਾ ਜਾਂਦਾ ਉਹਦੇ ਆਧਾਰ 'ਤੇ ਪੱਖਪਾਤ ਜਿਹੜਾ ਸੀ ਉਹਦੇ ਵਿਰੋਧ ਵਿੱਚ ਮੈਂ ਪਹਿਲੀ ਵਾਰੀ ਲਾਈਫ ਦੇ ਵਿੱਚ ਖੜੀ ਹੋਈ ਸੀ। Though I was not keen on taking up job, ਜਦ ਕਿ ਮੈਨੂੰ ਉਸ ਜੋਬ ਦੀ ਲੋੜ ਨਹੀਂ ਸੀ। I saw it as a challenge, ਅਤੇ ਮੈਂ ਉਹਨੂੰ ਐਜ਼ ਆ ਚੈਲੰਜ ਲਿਆ, ਉਹਨੂੰ ਐਜ਼ ਆ ਚੁਣੌਤੀ ਦੇ ਰੂਪ ਵਿੱਚ ਸਵੀਕਾਰ ਕੀਤਾ। I had done extremely well in academics, better than most of the male peers. ਮੈਂ ਵਿਦਿਅਕ ਤੌਰ 'ਤੇ ਆਪਣੇ ਬਹੁਤ ਸਾਰੇ ਜਿਹੜੇ ਮੇਲ ਯਾਨੀ ਕਿ ਪੁਰਸ਼ ਪੀਰਸ ਮਤਲਬ ਪੁਰਸ਼ ਸਾਥੀ ਜਿਹੜੇ ਸੀ ਉਹਨਾਂ ਨਾਲੋਂ ਬਹੁਤ ਜ਼ਿਆਦਾ ਉਪਲਬਧੀਆਂ ਹਾਸਲ ਕਰ ਚੁੱਕੀ ਸੀ। Little did I know then that in real life academic excellence is not enough to be successful। ਜਦ ਕਿ ਮੈਨੂੰ ਇਹ ਗੱਲ ਪਤਾ ਸੀ ਅਤੇ ਬਿਲਕੁਲ ਸਹੀ ਸੀ, ਮੈਂ ਜਾਣਦੀ ਵੀ ਸੀ ਇਸ ਗੱਲ ਨੂੰ ਕਿ ਅਸਲ ਜੀਵਨ ਦੇ ਵਿੱਚ ਸਫਲ ਹੋਣ ਲਈ ਕੁਆਲੀਫਿਕੇਸ਼ਨ ਹੀ ਕਾਫੀ ਨਹੀਂ ਹੁੰਦੀ ਇੱਕ ਕਾਮਯਾਬ ਇਨਸਾਨ ਬਣਨ ਲਈ। ਆਫਟਰ ਰੀਡਿੰਗ ਦਾ ਨੋਟਿਸ ਆਈ ਵੈਂਟ ਫਾਰਮਿੰਗ ਟੂ ਮਾਈ ਰੂਮ। ਇਹ ਜਦੋਂ ਮੈਂ ਨੋਟਿਸ ਪੜ੍ਹਿਆ ਤਾਂ ਮੈਂ ਆਪਣੇ ਕਮਰੇ ਵਿੱਚ ਗਈ। ਐਂਡ ਆਈ ਡਿਸਾਈਡਡ ਟੂ ਇਨਫੋਰਮ ਦ
topmost person in telco management about the injustice the company was perpetrating। ਹੁਣ ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਮੈਂ ਫੈਸਲਾ ਕੀਤਾ ਕਿ ਜਿਹੜਾ ਟੈਲਕੋ ਦਾ ਸਭ ਤੋਂ ਉੱਚਾ ਪ੍ਰਬੰਧਨ ਹੈ, ਯਾਨੀ ਕਿ ਜਿਹੜਾ ਉਹਦਾ ਓਨਰ ਹੈ, ਉੱਚ ਅਧਿਕਾਰੀ ਜਿਹੜਾ ਕੰਪਨੀ ਦਾ, ਉਹ ਟੈਲਕੋ ਦੇ ਜਿਹੜਾ ਮਾਲਿਕ ਸੀ ਉਹਨੂੰ ਮੈਂ ਦੱਸਣਾ ਚਾਹੁੰਦੀ ਸੀ ਕਿ ਇੱਥੇ ਦਾ ਜਿਹੜਾ ਕੰਪਨੀ ਦਾ ਉੱਚ ਅਧਿਕਾਰੀ ਹੈ ਉਹ ਟੈਲਕੋ ਕੰਪਨੀ ਦੇ ਵਿੱਚ ਕੀ ਕਰ ਰਿਹਾ, ਯਾਨੀ ਕਿ ਉਹਦੇ ਵਿੱਚ ਅਨਿਆਏ ਕਰ ਰਿਹਾ, ਜੈਂਡਰ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਅਤੇ ਇਸ ਅਨਿਆਏ ਬਾਰੇ ਉਹਨੂੰ ਸੂਚਿਤ ਕਰਨਾ ਚਾਹੁੰਦੀ ਸੀ। ਆਈ ਗੋਟ ਅ ਪੋਸਟ ਕਾਰਡ, ਮੈਂ ਇੱਕ ਪੋਸਟ ਕਾਰਡ ਲਿੱਤਾ ਐਂਡ ਸਟਾਰਟਡ ਟੂ ਰਾਈਟ, ਤਾਂ ਲਿਖਣਾ ਸ਼ੁਰੂ ਕਰ ਦਿੱਤਾ। ਬਟ ਦੇਰ ਵਾਜ਼ ਅ ਪ੍ਰੋਬਲਮ, ਪਰ ਇੱਕ ਪ੍ਰੋਬਲਮ ਸੀ। ਆਈ ਡਿਡ ਨੋਟ ਨੋ ਹੂ ਹੈਡ ਟੈਲਕੋ, ਮੈਨੂੰ ਪਤਾ ਨਹੀਂ ਸੀ ਕਿ ਟੈਲਕੋ ਕੰਪਨੀ ਦਾ ਓਨਰ ਜਿਹੜਾ ਉਹ ਕੌਣ ਹੈ। ਆਈ ਥੋਟ ਇਟ ਮਸਟ ਬੀ ਵਨ ਆਫ ਦ ਟਾਟਾਜ਼, ਮੈਨੂੰ ਲੱਗਿਆ ਕਿ ਜਿਹੜੀ ਟਾਟਾ ਕੰਪਨੀ ਹੈ ਉਹਦੇ ਵਿੱਚ ਜਿਹੜੇ ਵੀ ਕੋਈ ਨਾ ਕੋਈ ਟਾਟਾਜ਼ ਗਰੁੱਪ ਦਾ ਜਿਹੜਾ ਬੰਦਾ, ਘਰ ਦਾ ਜਿਹੜਾ ਬੰਦਾ ਉਹ ਇਸ ਦਾ ਮਾਲਿਕ ਹੋਏਗਾ। ਆਈ ਨਿਊ JRD ਟਾਟਾ ਵਾਜ਼ ਦ ਹੈਡ ਆਫ ਦ ਟਾਟਾ ਗਰੁੱਪ, ਮੈਨੂੰ ਇੰਨਾ ਪਤਾ ਸੀ ਕਿ JRD ਟਾਟਾ ਜਿਹੜਾ ਉਹ ਟਾਟਾ ਗਰੁੱਪ ਦਾ ਹੈਡ ਹੈ। ਆਈ ਹੈਡ ਸੀਨ ਹਿਜ਼ ਪਿਕਚਰਸ ਇਨ ਨਿਊਜ਼ਪੇਪਰਸ, ਮੈਂ ਉਹਦੀਆਂ ਨਿਊਜ਼ਪੇਪਰਸ ਦੇ ਵਿੱਚ ਫੋਟੋਜ਼ ਵੀ ਦੇਖੀਆਂ ਹੋਈਆਂ ਸੀ। ਐਕਚੁਅਲੀ ਸੁਮੰਤ ਮੂਲਗਾਂਵਕਰ ਵਾਜ਼ ਦ ਕੰਪਨੀਜ਼ ਚੇਅਰਮੈਨ ਦੈਨ, ਉਸ ਟਾਈਮ 'ਤੇ ਸੁਮੰਤ ਮੂਲਗਾਂਵਕਰ ਜਿਹੜਾ ਸੀ ਉਹ ਕੰਪਨੀ ਦਾ ਚੇਅਰਮੈਨ ਸੀ। ਆਈ ਟੁੱਕ ਦਾ ਕਾਰਡ, ਮੈਂ ਕਾਰਡ ਲਿੱਤਾ, ਐਡਰੈਸਡ ਇਟ ਟੂ JRD, ਅਤੇ ਮੈਂ ਉਹਦੇ JRD ਦੇ ਪਤੇ 'ਤੇ ਉਹ ਕਾਰਡ ਜਿਹੜਾ ਸੀ ਲਿਖਿਆ ਐਂਡ ਸਟਾਰਟਿਡ ਰਾਈਟਿੰਗ, ਅਤੇ ਜਦੋਂ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਟੂ ਦਿਸ ਡੇ ਆਈ ਰਿਮੈਂਬਰ ਕਲੀਅਰਲੀ ਵਟ ਆਈ ਰੋਡ, ਮੈਨੂੰ ਹਾਲੇ ਤੱਕ ਯਾਦ ਹੈ ਕਿ ਮੈਂ ਉਸ ਦਿਨ ਕੀ ਲਿਖਿਆ ਸੀ। ਕਹਿੰਦੇ ਮੈਂ ਲਿਖਿਆ ਸੀ ਦ ਗ੍ਰੇਟ ਟਾਟਾਜ਼ ਹੈਵ ਆਲਵੇਜ਼ ਬੀਨ ਪਾਇਨੀਅਰਸ, ਜਿਹੜੇ ਗ੍ਰੇਟ ਟਾਟਾਜ਼ ਹੈਗੇ ਆ, ਟਾਟਾ ਗਰੁੱਪ ਆਫ ਕੰਪਨੀ ਹੈ, ਉਹ ਕੀ ਆ, ਹਮੇਸ਼ਾ ਹੀ ਪਾਇਨੀਅਰਸ, ਪਾਇਨੀਅਰ ਮਤਲਬ ਹੁੰਦਾ ਕਿਸੇ ਕੰਮ ਦੀ ਸ਼ੁਰੂਆਤ ਕਰਨ ਵਾਲਾ, ਕਿ ਉਹ ਪਾਇਨੀਅਰਸ ਹੈ, ਕੋਈ ਨਾ ਕੋਈ ਕੰਮ ਦੀ ਸ਼ੁਰੂਆਤ ਉਹਨਾਂ ਨੇ ਕੀਤੀ ਹੈ। ਦੇ ਆਰ ਦ ਪੀਪਲ ਹੂ ਸਟਾਰਟਡ ਦ ਬੇਸਿਕ ਇਨਫਰਾਸਟਰਕਚਰ ਇੰਡਸਟਰੀ ਇਨ ਇੰਡੀਆ, ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਬੇਸਿਕ ਨੀਡ ਦੀ ਕੰਪਨੀ ਸੀ, ਇਨਫਰਾਸਟਰਕਚਰ ਮਤਲਬ ਜਿਹੜੀਆਂ ਮੁੱਢਲੀ ਲੋੜਾਂ ਹੁੰਦੀਆਂ, ਉਹਨਾਂ ਦੀ ਕੰਪਨੀਜ਼ ਜਿਹੜੀਆਂ ਉਹ ਟਾਟਾ ਨੇ ਸ਼ੁਰੂ ਕੀਤੀਆਂ, ਸੱਚ ਐਜ਼ ਆਇਰਨ ਐਂਡ ਸਟੀਲ, ਕੈਮੀਕਲ, ਟੈਕਸਟਾਈਲ ਐਂਡ ਲੋਕੋਮੋਟਿਵਸ, ਜਿਵੇਂ ਕਿ ਆਇਰਨ ਯਾਨੀ ਕਿ ਲੋਹਾ, ਇਸਪਾਤ, ਰਸਾਇਣ, ਕੱਪੜਾ, ਅਤੇ ਜਿਹੜੇ ਰੇਲਵੇ ਇੰਜਨ, ਲੋਕੋਮੋਟਿਵਸ ਯਾਨੀ ਕਿ ਰੇਲਵੇ ਇੰਜਨ, ਇਹਨਾਂ ਸਾਰਿਆਂ ਦੀ ਕੰਪਨੀਜ਼ ਜਿਹੜੀਆਂ ਉਹ ਟਾਟਾ ਨੇ ਸ਼ੁਰੂ ਕੀਤੀਆਂ। ਦੇ ਹੈਵ ਕੇਅਰਡ ਫॉर ਦ ਹਾਇਰ ਐਜੂਕੇਸ਼ਨ ਇਨ ਇੰਡੀਆ ਸਿੰਸ 1900, 1900 ਤੋਂ ਉਹ ਭਾਰਤ ਦੇ ਵਿੱਚ ਉੱਚੀ ਜਿਹੜੀ ਸਿੱਖਿਆ ਹੈਗੀ ਆ, ਹਾਇਰ ਐਜੂਕੇਸ਼ਨ ਜਿਹੜੀ ਹੈ ਉਹਦੇ ਬਾਰੇ ਵੀ ਉਹ ਕੰਮ ਕਰ ਰਹੇ ਆ, ਉਹਦੀ ਉਹਨਾਂ ਦੀ ਦੇਖ ਰੇਖ ਵਿੱਚ ਉਹ ਕੰਮ ਵੀ ਚੱਲ ਰਿਹਾ। ਫੋਰਚੂਨੇਟਲੀ ਆਈ ਸਟੱਡੀਡ ਦੇਅਰ, ਅਤੇ ਮੇਰੀ ਕਿਸਮਤ ਚੰਗੀ ਹੈ ਕਿ ਮੈਂ ਉੱਥੇ ਪੜ੍ਹੀ ਹਾਂ। ਬਟ ਆਈ ਐਮ ਸਰਪ੍ਰਾਈਜ਼ਡ ਹਾਊ ਕੰਪਨੀ ਸੱਚ ਐਜ਼ ਟੈਲਕੋ ਇਜ਼ ਡਿਸਕ੍ਰਿਮੀਨੇਟਿੰਗ ਔਨ ਦ ਬੇਸਿਸ ਆਫ ਜੈਂਡਰ, ਬਟ ਮੈਂ ਇਹ ਗੱਲ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹਾਂ ਕਿ ਟੈਲਕੋ ਵਰਗੀ ਕੰਪਨੀ ਜਿਹੜੀ ਹੈ ਉਹ ਜੈਂਡਰ ਦੇ ਆਧਾਰ 'ਤੇ ਪੱਖਪਾਤ ਕਿਵੇਂ ਕਰ ਸਕਦੀ ਹੈ। ਆਈ ਪੋਸਟਡ ਦ ਲੈਟਰ ਐਂਡ ਫੋਰਗਟ ਅਬਾਊਟ ਇਟ, ਮੈਂ ਉਸ ਟਾਈਮ ਉਹ ਲੈਟਰ ਪੋਸਟ ਕੀਤਾ, ਉਸ ਤੋਂ ਬਾਅਦ ਮੈਂ ਉਹਦੇ ਬਾਰੇ ਭੁੱਲ ਗਈ। ਲੈਸ ਦੈਨ 10 days ਲੇਟਰ, ਹਾਲੇ 10 ਦਿਨ ਵੀ ਨਹੀਂ ਹੋਏ ਸੀ ਪੋਸਟ ਕਾਰਡ ਨੂੰ ਪੋਸਟ ਕੀਤੇ। ਆਈ ਰਿਸੀਵਡ ਅ ਟੈਲੀਗ੍ਰਾਮ ਸਟੇਟਿੰਗ ਦੈਟ ਆਈ ਹੈਵ ਟੂ ਅਪੀਅਰ ਐਨ ਇੰਟਰਵਿਊ ਐਟ ਟੈਲਕੋਜ਼ ਪੁਣੇ ਆਫਿਸ ਐਟ ਦ ਕੰਪਨੀਜ਼ ਐਕਸਪੈਂਸ, ਅਤੇ ਇੱਕ ਜਿਹੜੀ ਚਿੱਠੀ ਸੀ ਜਦੋਂ ਮੈਨੂੰ ਮਿਲੀ ਤਾਂ 10 ਦਿਨਾਂ ਵਿੱਚ ਉਹ ਚਿੱਠੀ ਜਿਹੜੀ ਸੀ ਉਹਦਾ ਮੈਨੂੰ ਜਵਾਬ ਮਿਲਿਆ ਕਿ ਮੈਨੂੰ ਕੰਪਨੀ ਦੇ ਖਰਚੇ 'ਤੇ ਟੈਲਕੋ ਦੇ ਪੂਨਾ ਜਿਹੜਾ ਆਫਿਸ ਹੈਗਾ, ਪੁਣੇ ਇੱਕ ਸਿਟੀ ਹੈ, ਉੱਥੇ ਆਫਿਸ ਦੇ ਵਿੱਚ ਇੰਟਰਵਿਊ ਲਈ ਜਾਣਾ ਸੀ, ਉੱਥੇ ਮੈਨੂੰ ਬੁਲਾਇਆ ਗਿਆ, ਅਤੇ ਖਰਚਾ ਜਿਹੜਾ ਸੀ ਉਹ ਸਾਰਾ ਕੰਪਨੀ ਨੇ ਕਰਨਾ ਸੀ। ਆਈ ਵਾਜ਼ ਟੇਕਨ ਅਬੈਕ ਬਾਏ ਦ ਟੈਲੀਗ੍ਰਾਮ, ਮੈਂ ਚਿੱਠੀ ਮਿਲਣ 'ਤੇ, ਟੇਕਨ ਅਬੈਕ ਦਾ ਮਤਲਬ ਹੁੰਦਾ ਹੈਰਾਨ ਹੋ ਜਾਣਾ, ਜਦੋਂ ਮੈਨੂੰ ਚਿੱਠੀ ਮਿਲੀ, ਮੈਂ ਬਹੁਤ ਟੈਲੀਗ੍ਰਾਮ ਮਿਲਿਆ ਤਾਂ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਈ। ਮਾਈ ਹੋਸਟਲ ਮੇਟਸ ਟੋਲਡ ਮੀ ਦੈਟ ਆਈ use the opportunity, I should use the opportunity to go to the Pune free of cost and buy them famous Pune sarees for cheap। ਮੇਰੀਆਂ ਜਿਹੜੀਆਂ ਫਰੈਂਡਸ ਸੀਗੀਆਂ ਹੋਸਟਲ 'ਚ ਮੇਰੇ ਨਾਲ ਜਿਹੜੀਆਂ ਰਹਿੰਦੀਆਂ ਸੀ, ਮੇਰੀਆਂ ਸਾਥੀਆਂ ਜਿਹੜੀਆਂ ਸਾਥਣਾਂ ਜਿਹੜੀਆਂ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਮੁਫਤ ਵਿੱਚ ਪੂਨੇ ਜਾਣ ਦਾ ਇਹ ਮੌਕਾ ਜਿਹੜਾ, ਇਸ ਮੌਕੇ ਦਾ ਫਾਇਦਾ ਚੱਕਣਾ ਚਾਹੀਦਾ, ਅਤੇ ਉਹਨਾਂ ਲਈ ਉੱਥੋਂ ਉਹ ਸਸਤੀ ਕੀਮਤਾਂ 'ਤੇ ਜਿਹੜੀ ਸਾੜੀਆਂ ਹੈਗੀਆਂ ਪੂਨੇ ਦੀਆਂ ਬਹੁਤ ਜ਼ਿਆਦਾ ਮਸ਼ਹੂਰ, ਉਹ ਖਰੀਦ ਕੇ ਲਿਆਉਣੀਆਂ ਚਾਹੀਦੀਆਂ ਨੇ ਆਪਣੀ ਸਾਥਣਾਂ ਵਾਸਤੇ।